ਗੁੱਡ ਮੋਰਨਿੰਗ ਸਟੂਡੈਂਟਸ। ਹਾਂਜੀ ਰਾਜੇ, ਅੱਜ ਆਪਣਾ ਜਿਹੜਾ ਟੌਪਿਕ ਹੈ ਉਹ ਹੈ ਐਮਰਜੈਂਸੀ ਪਾਵਰਸ। ਪ੍ਰੀਵੀਅਸ ਲੈਕਚਰਸ 'ਚ ਆਪਾਂ ਜਿਹੜੀਆਂ ਪਾਵਰਸ ਕਰੀਆਂ ਸੀਗੀਆਂ ਉਹ ਸੀ ਰਾਜੇ ਲੈਜਿਸਲੇਚਰ, ਫਾਈਨੈਂਸ਼ੀਅਲ ਅਤੇ ਜੁਡੀਸ਼ੀਅਲ ਪਾਵਰਸ। ਠੀਕ ਹੈ, ਨੈਕਸਟ ਅੱਜ ਆਪਾਂ ਜਿਹੜੀਆਂ ਪਾਵਰਸ ਕਰਨੀਆਂ ਨੇ ਐਮਰਜੈਂਸੀ ਪਾਵਰਸ। ਐਜ਼ ਇਨ ਦੀ ਕੇਸ ਦੇਖੋ ਰਾਜੇ, ਇੱਥੋਂ ਆਪਾਂ ਐਮਰਜੈਂਸੀ ਪਾਵਰਸ ਰੀਡ ਕਰਨਾ ਸਟਾਰਟ ਕਰ ਰਹੇ ਹਾਂ। ਐਜ਼ ਇਨ ਦੀ ਕੇਸ ਆਫ ਹਿਊਮਨ ਲਾਈਫ, ਸੋ also in the case of a nation there may be rise a difficulty situation or an emergency. To deal with such situations, constitution provide powers to the president and to which we call his emergency power। ਦੇਖੋ ਕਈ ਵਾਰ ਇੱਦਾਂ ਦੇ ਜਿਹੜੀ ਕੇਸਿਸ ਹੋ ਜਾਂਦੇ, ਇੱਦਾਂ ਦੀ ਹਾਲਾਤ ਜਿਹੜੀ ਸਿਚੁਏਸ਼ਨਸ ਪੈਦਾ ਹੋ ਜਾਂਦੀਆਂ ਨੇ ਵੀ ਜਿਹੜਾ ਆਪਣਾ ਨੋਰਮਲ ਐਡਮਿਨਿਸਟ੍ਰੇਟ ਆ ਉਹ ਜਿਹੜਾ ਆਪਾਂ ਕਹਿ ਦਈਏ ਸਹੀ ਤਰੀਕੇ ਨਾਲ ਨਹੀਂ ਚੱਲ ਪਾਉਂਦਾ, ਦੈਨ ਉਸ ਟਾਈਮ ਜਿਹੜੀ ਐਮਰਜੈਂਸੀ ਪਾਵਰ 'ਚ ਪ੍ਰੋਵਾਈਡ ਕੀਤੀਆਂ ਗਈਆਂ ਨੇ ਕੌਨਸਟੀਟਿਊਸ਼ਨ ਦੇ ਅਕੋਰਡਿੰਗ ਇਹਨੂੰ ਪ੍ਰੈਜ਼ੀਡੈਂਟ ਨੂੰ। ਠੀਕ ਹੈ ਜੀ, ਇਹਨਾਂ ਨੂੰ ਕੀ ਕਿਹਾ ਜਾਂਦਾ ਜਿਹੜੀ ਪਾਵਰ ਜਿਹਨੂੰ ਐਮਰਜੈਂਸੀ ਪਾਵਰਸ ਆਫ ਪ੍ਰਾਈਮ ਮਿਨਿਸਟਰ। ਹੀ ਇਜ਼ empowered to declare three types of emergency: national emergency caused by war and external aggression or armed rebellions, and a state emergency caused by breakdown of constitutional machinery of state, and financial emergency। ਇਹਦੇ ਅਕੋਰਡਿੰਗ ਆਪਣੇ ਲਈ 3 ਐਮਰਜੈਂਸੀ ਨੇ। ਇੱਕ ਤਾਂ ਹੋ ਗਈਆਂ ਆਪਣੀਆਂ ਨੈਸ਼ਨਲ, ਠੀਕ ਹੈ, ਜਿਹੜੀ ਆਪਾਂ ਕਹਿ ਦਈਏ ਕਿਸੇ ਵਾਰ ਜਾਂ ਇੰਟਰਨਲ ਅਗਰੈਸ਼ਨ ਦੇ ਥਰੂ, ਜਾਂ ਆਪਾਂ ਕਰੀਏ ਕੋਈ ਹਥਿਆਰਬੰਦ ਵਿਦਰੋਹ ਹੋ ਜਾਂਦਾ। ਦੈਨ ਉਸ ਤੋਂ ਬਾਅਦ ਜਿਹੜੀ ਸਟੇਟ ਐਮਰਜੈਂਸੀ ਹੈ ਰਾਜੇ, ਜਿਹੜੀ ਕਿ ਸਟੇਟ 'ਚ ਆਪਾਂ ਕਹਿ ਦਈਏ ਕਿਸੇ ਕੌਨਸਟੀਟਿਊਸ਼ਨਲ ਮਸ਼ੀਨਰੀ ਦੇ ਜਿਹੜੇ ਸਹੀ ਤਰੀਕੇ ਨਾਲ ਵਰਕ ਨਾ ਕਰ ਪਾਉਣ ਦੇ ਕਾਰਨ ਹੁੰਦੀ ਹੈ। ਅਤੇ ਥਰਡ ਨੰਬਰ ਜਿਹੜੀ ਫਾਈਨੈਂਸ਼ੀਅਲ ਐਮਰਜੈਂਸੀ ਹੈ। ਐਕਸਪਲੇਨੇਸ਼ਨ ਆਫ ਦਿਸ ਐਮਰਜੈਂਸੀ ਪਾਵਰ ਇਜ਼ ਗਿਵਨ ਬਿਲੋ। ਇਹ ਨੀਚੇ ਦਿੱਤੀਆਂ ਗਈਆਂ ਨੇ ਐਮਰਜੈਂਸੀ ਪਾਵਰ 'ਚ। ਨੈਸ਼ਨਲ ਐਮਰਜੈਂਸੀ, if the president think that the security of the country is endangered by a war and external aggression and armed rebellion threatening the integrity of the country, he can declare a state of emergency for the whole nation or any part of it। ਜਦੋਂ ਆਪਾਂ ਕਹਿ ਦਈਏ ਕਿਸੇ ਕੰਟਰੀ ਨਾਲ ਵਾਰ ਲੱਗਣ ਜਾਂ ਐਕਸਟਰਨਲ ਅਗਰੈਸ਼ਨ ਨਾਲ ਜਾਂ ਹਥਿਆਰਬੰਦ ਵਿਦਰੋਹ ਦੇ ਕਾਰਨ ਜੇ ਪ੍ਰੈਜ਼ੀਡੈਂਟ ਨੂੰ ਇਹ ਚੀਜ਼ ਲੱਗਦੀ ਹੈ ਵੀ ਜਿਹੜੀ ਆਪਾਂ ਕਹਿ ਦਈਏ ਏਕਤਾ ਗਈ ਸਾਡੀ ਕੰਟਰੀ ਦੀ ਉਹ ਖਤਰੇ 'ਚ, ਦੈਨ ਉਹ ਜਿਹੜੀ ਹੋਰ ਨੈਸ਼ਨ 'ਚ ਇਹਦੀ ਐਮਰਜੈਂਸੀ ਡਿਕਲੇਅਰ ਕਰ ਦਿੰਦਾ, ਜਾਂ ਇਹ ਕਿਸੇ ਕੰਟਰੀ ਦੇ ਕਿਸੇ ਪਾਰਟ ਦੇ। ਠੀਕ ਹੈ, ਸੱਚ ਐਜ਼ ਡਿਕਲੇਰੇਸ਼ਨ ਮਸਟ ਬੀ ਅਪਰੂਵਡ ਬਾਈ ਪਾਰਲੀਮੈਂਟ ਵਿਦਿਨ a 1 month। ਸੱਚ ਨੈਸ਼ਨਲ ਐਮਰਜੈਂਸੀ ਹੈਵ ਬੀਨ ਡਿਕਲੇਅਰ 3 so far, first at a time to the Chinese attack October 20, 1962, secondly the time of Pakistani aggression on December 1971, and thirdly it was declared on June 25, 1975 because of fear of internal rebellion in the country। ਦੇਖੋ ਰਾਜੇ 3 ਟਾਈਮ ਜਿਹੜੀ ਐਮਰਜੈਂਸੀ ਆਪਣੇ ਇੰਡੀਆ 'ਚ ਲਾਗੂ ਹੋਈ ਆ। ਡੇਟ ਯਾਦ ਰੱਖਿਓ, ਫਸਟ ਟਾਈਮ ਹੋਈ ਸੀ ਇਹ ਅਕਤੂਬਰ 20, 1962 'ਚ। ਠੀਕ ਹੈ, ਜਦੋਂ ਚਾਈਨਾ ਨਾਲ ਜਿਹੜੀ ਵਾਰ ਹੋਈ ਸੀ ਇੰਡੀਆ ਦੀ, ਚਾਈਨਾ ਨੇ ਅਟੈਕ ਕੀਤਾ ਸੀਗਾ। ਸੈਕਿੰਡ ਹੋਈ ਸੀ ਪਾਕਿਸਤਾਨ ਨਾਲ ਜਦੋਂ ਵਾਰ ਹੋਈ ਸੀ 71 'ਚ। ਠੀਕ ਹੈ, ਅਤੇ ਥਰਡ ਹੋਈ ਸੀ ਰਾਜੇ ਜੂਨ 25, 1975 'ਚ, ਜਦੋਂ ਆਪਾਂ ਕਹਿ ਦਈਏ ਇੰਟਰਨਲ ਜਿਹੜੀ ਹਥਿਆਰਬੰਦ ਵਿਦਰੋਹ ਹੋਇਆ ਸੀ, ਕ੍ਰਾਂਤੀ ਹੋਈ ਸੀ ਇੰਡੀਆ 'ਚ, ਉਸ ਕਰ। During such emergency, the fundamental rights of citizens may be covered or suspended. For example, in June 1975, during an internal emergency, the rights of citizens were covered, and even right to the constitutional remedies was denied। ਦੇਖੋ ਰਾਜੇ, ਜਦੋਂ ਐਮਰਜੈਂਸੀ ਪਾਵਰਸ ਲਾਗੂ ਹੁੰਦੀਆਂ ਨੇ, ਠੀਕ ਹੈ, ਉਸ ਟਾਈਮ ਜਿਹੜੇ ਸਿਟੀਜ਼ਨ ਦੇ ਰਾਈਟਸ ਨੇ ਉਹ ਕੀ ਆ, ਸਸਪੈਂਡ ਕਰ ਦਿੱਤੇ ਜਾਂਦੇ ਨੇ। ਠੀਕ ਹੈ, ਜਿਹੜੇ ਕੌਨਸਟੀਟਿਊਸ਼ਨ ਦੇ ਅਕੋਰਡਿੰਗ ਜਿਹੜੇ ਉਹਨਾਂ ਨੂੰ ਲਾਅ ਵਗੈਰਾ ਪ੍ਰੋਵਾਈਡ ਕੀਤੇ ਗਏ ਨੇ ਉਹ ਕੀ ਆ, ਸਾਰੇ ਦੇ ਸਾਰੇ ਸਸਪੈਂਡ ਕਰ ਦਿੱਤੇ ਜਾਂਦੇ ਨੇ। ਠੀਕ ਹੈ, ਦੇਖੋ ਨੈਕਸਟ ਆਪਣੇ ਲਵੇ ਕੌਨਸਟੀਟਿਊਸ਼ਨਲ ਐਮਰਜੈਂਸੀ। ਇਫ ਦੀ ਪ੍ਰੈਜ਼ੀਡੈਂਟ receives a report from a state governor or gets information from any other sources that the government in the state cannot be carried on in accordance with the constitution, the president and can declare emergency in the state। ਦੇਖੋ ਜਦੋਂ ਪ੍ਰੈਜ਼ੀਡੈਂਟ ਕੋਈ ਰਿਪੋਰਟ ਰਿਸੀਵ ਕਰਦਾ ਗਵਰਨਰ ਤੋਂ, ਸਟੇਟ ਦੇ ਤੋਂ, ਜਾਂ ਕਿਸੇ ਹੋਰ ਸੋਰਸਿਸ ਤੋਂ ਵੀ ਜਿਹੜਾ ਸਟੇਟ 'ਚ ਜਿਹੜੀ ਸਟੇਟ ਆ, ਕੋਈ ਵੀ ਸਟੇਟ ਆਪਣੀ ਕੰਟਰੀ, ਠੀਕ ਹੈ, ਉੱਥੇ ਜਿਹੜਾ ਐਡਮਿਨਿਸਟ੍ਰੇਟ ਆ ਉਹ ਕੌਨਸਟੀਟਿਊਸ਼ਨ ਦੇ ਅਕੋਰਡਿੰਗ ਨਹੀਂ ਚੱਲ ਰਿਹਾ, ਦੈਨ ਉਸ 'ਤੇ ਉਹ ਸਟੇਟ 'ਚ ਵੀ ਐਮਰਜੈਂਸੀ ਦੀ ਪਾਵਰ ਡਿਕਲੇਅਰ ਕਰ ਸਕਦਾ ਹੈ ਕੌਣ, ਪ੍ਰੈਜ਼ੀਡੈਂਟ। ਠੀਕ ਹੈ, ਟੈਕਨੀਕਲੀ this is called emergency arising out of breakdown of the constitutional machinery।
इस करके जी आप कह दीए संविधानिक ਜਿਹੜੀਆਂ ਆਪਾਂ ਰੂਲ ਅਤੇ ਰੈਗੂਲੇਸ਼ਨ ਨੇ ਉਹਦੇ ਅਕੋਰਡਿੰਗ ਜਦੋਂ ਵਰਕ ਨਹੀਂ ਹੁੰਦਾ ਦੈਨ ਉੱਥੇ ਉਸ ਜਿਹੜੀ ਸਟੇਟ 'ਚ ਕੀ ਹੈਗਾ ਜੇ ਕੌਂਸਟੀਟਿਊਸ਼ਨ ਜਿਹੜੀ ਐਮਰਜੈਂਸੀ ਉਹ ਕੀ ਆ ਲਾਗੂ ਹੋ ਜਾਂਦੀ ਹੈ, ਡਿਕਲੇਅਰ ਹੋ ਜਾਂਦੀ ਹੈ। ਨੈਕਸਟ ਆਪਣੇ ਲਈ ਫਾਈਨੈਂਸ਼ੀਅਲ ਐਮਰਜੈਂਸੀ ਵੈਨ ਦੀ ਪ੍ਰੈਜ਼ੀਡੈਂਟ ਥਿੰਕਸ that there is an economic situation of country in which financial stability or credit of India is threatened, he can declare an financial emergency. During the emergency, the president can reduce the salary of all the government officials, including the judges of Supreme Court and High Court. All money will passed by state legislature and are submitted to the president for his approval. So far in India such an emergency has not been declared. देखो ਹੁਣ ਫਾਈਨੈਂਸ਼ੀਅਲ ਐਮਰਜੈਂਸੀ ਕੀ ਹੁੰਦੀ ਆ, ਕਈ ਵਾਰ ਆਪਾਂ ਨੂੰ ਲੱਗਦਾ ਆ ਜਿਹੜੀ ਪ੍ਰੈਜ਼ੀਡੈਂਟ ਨੂੰ ਜਿਹੜੀ ਸਰਕਾਰ ਦੀ ਇਨਕਮ ਆ ਉਹ ਨਹੀਂ ਹੋ ਰਹੀ ਅਤੇ ਸਰਕਾਰ ਦੇ ਜਿਹੜੇ ਐਕਸਪੈਂਡੀਚਰਸ ਨੇ ਖਰਚੇ ਨੇ ਉਹ ਜ਼ਿਆਦਾ ਨੇ, ਠੀਕ ਹੈ। ਆਪਾਂ ਕਹਿੰਦੇ ਖਜ਼ਾਨਾ ਖਾਲੀ, ਉਸ ਟਾਈਮ ਕੀ ਹੈਗਾ ਪ੍ਰੈਜ਼ੀਡੈਂਟ ਕੀ ਹੈਗਾ ਜਿਹੜੀ ਫਾਈਨੈਂਸ਼ੀਅਲ ਐਮਰਜੈਂਸੀ ਆ ਉਹ ਡਿਕਲੇਅਰ ਕਰ ਦਿੰਦਾ। ਇਸ ਦੇ ਥਰੂ ਕੀ ਹੁੰਦਾ ਜਿਹੜੇ ਗਵਰਨਮੈਂਟ ਇੰਪਲਾਈਜ਼ ਨੇ ਉਹਨਾਂ ਦੀ ਜਿਹੜੀ ਸੈਲਰੀ ਆ ਉਹਨਾਂ ਨੂੰ ਰਿਡਿਊਸ ਕਰ ਦਿੱਤਾ, ਘੱਟ ਕਰ ਦਿੱਤੀ ਜਾਂਦੀ ਹੈ, ਠੀਕ ਹੈ। ਦੈਨ ਇਸ ਤਰ੍ਹਾਂ ਦੇ ਜਿਹੜੇ ਮਨੀ ਬਿੱਲ ਨੇ ਇਸ ਨਾਲ ਰਿਲੇਟਡ, ਠੀਕ ਹੈ, ਉਹ ਸਾਰੇ ਦੇ ਸਾਰੇ ਕੀ ਹੈ ਪ੍ਰੈਜ਼ੀਡੈਂਟ ਸਬਮਿਟ ਕਰਵਾ ਲੈਂਦਾ। ਉਸ ਤੋਂ ਬਾਅਦ ਇਸ ਤਰ੍ਹਾਂ ਜਿਹੜੀ ਰਾਜੇ ਐਮਰਜੈਂਸੀ ਇੰਡੀਆ 'ਚ ਹਾਲੇ ਤੱਕ ਨਹੀਂ ਲਾਗੂ, ਠੀਕ ਹੈ। ਨੈਕਸਟ ਆਪਣੇ ਲਈ ਹੈਗਾ ਵਾਈਸ ਪ੍ਰੈਜ਼ੀਡੈਂਟ। ਦੀ ਕੌਂਸਟੀਟਿਊਸ਼ਨ ਆਲਸੋ ਪ੍ਰੋਵਾਈਡ ਫਾਰ office of the vice president. It lays down the same qualification as that of the president. His election is different from the president. He is elected by the electric college consisting of the members of both houses of parliament. ਦੇਖੋ ਜਿੱਦਾਂ ਆਪਾਂ ਕਹਿੰਦੇ ਕੌਂਸਟੀਟਿਊਸ਼ਨ ਪ੍ਰੋਵਾਈਡ ਕਰਦਾ ਇੱਕ ਆਫਿਸ ਕਿਹਨੂੰ, ਜਿਹੜਾ ਵਾਈਸ ਪ੍ਰੈਜ਼ੀਡੈਂਟ ਹੁੰਦਾ, ਠੀਕ ਹੈ। ਉਹਦੀ ਜਿਹੜੀ ਆਪਾਂ ਕਹਿੰਦੇ ਇਲੈਕਸ਼ਨ ਹੈ ਉਹ ਅਲੱਗ ਵੀ ਇਹਨਾਂ ਹੁੰਦੀ ਹੈ ਅਤੇ ਇਹਦੀ ਕੁਆਲੀਫਿਕੇਸ਼ਨ ਨੇ ਸੇਮ ਰਹਿੰਦੀਆਂ ਨੇ ਜਿੱਦਾਂ ਆ ਪ੍ਰੈਜ਼ੀਡੈਂਟ ਦੀਆਂ ਕੁਆਲੀਫਿਕੇਸ਼ਨ ਹੁੰਦੀਆਂ ਨੇ, ਠੀਕ ਹੈ। ਇੱਕ ਤਰ੍ਹਾਂ ਨਾਲ ਜਿਹੜੀ ਉਹਦੀ ਕੁਆਲੀਫਿਕੇਸ਼ਨ ਇਲੈਕਸ਼ਨ ਹੈ ਉਹ ਕਿੱਦਾਂ ਹੁੰਦੀ ਹੈਗੀ, ਜਿੱਦਾਂ ਆਪਾਂ ਕਹਿ ਦਈਏ ਜਿਹੜੇ ਪਾਰਲੀਮੈਂਟ ਦੇ ਹਾਊਸ ਨੇ ਬੋਥ, ਠੀਕ ਹੈ, ਉਹਨਾਂ ਦੁਆਰਾ ਜਿਹੜੇ ਇਲੈਕਟ੍ਰਿਕ ਕਾਲਜ ਬਣ ਜਾਂਦੇ ਨੇ, ਠੀਕ ਹੈ। ਉਹਦੇ ਥਰੂ ਜਿਹੜਾ ਵਾਈਸ ਪ੍ਰੈਜ਼ੀਡੈਂਟ ਆ ਉਹ ਕੀ ਆ ਇਲੈਕਟ ਹੁੰਦਾ। ਡਿਊਰਿੰਗ ਦੀ ਐਬਸੈਂਸ ਔਰ ਇਲਨੈਸ ਆਫ ਦੀ ਪ੍ਰੈਜ਼ੀਡੈਂਟ he assume of the office of president and perform all his functions. He is elected for a period of 5 years. He can be removed prior to the expiry of his term. The over it is meeting and conduct the vice president act as ex officio chairman of the Rajya Sabha. ਦੇਖੋ ਰਾਜੇ 5 ਸਾਲ ਲਈ ਇਲੈਕਟ ਹੁੰਦਾ, ਉਸ ਤੋਂ ਪਹਿਲਾਂ ਵੀ ਜਿਹੜਾ ਪੀਰੀਅਡ ਟਾਈਮ ਉਹ ਖਤਮ ਹੋ ਸਕਦਾ, ਠੀਕ ਹੈ। ਉਹ ਵੀ ਡਿਪੈਂਡ ਕਰਦਾ ਕਿਤੇ ਪਾਰਲੀਮੈਂਟ 'ਤੇ। ਉਸ ਤੋਂ ਇਲਾਵਾ ਹੀ ਐਕਸ ਜਿਹੜਾ ਚੇਅਰਮੈਨ ਹੁੰਦਾ ਕਿਹਦਾ ਰਾਜ ਸਭਾ ਦਾ ਮੀਨਸ ਜੱਜ, ਜਿੱਦਾਂ ਲੋਕ ਸਭਾ 'ਚ ਸਪੀਕਰ ਹੁੰਦਾ ਉੱਦਾਂ ਇਹਨੂੰ ਹੋਲਡ ਕਰਨ ਲਈ ਰਾਜ ਸਭਾ ਨੂੰ ਕੀ ਹੈਗਾ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੁੰਦਾ, ਠੀਕ ਹੈ। ਦੈਨ ਇਸ ਤੋਂ ਬਾਅਦ ਹੀ ਪ੍ਰੀਸਾਈਡ ਓਵਰ ਇਟ ਇਜ਼ ਮੀਟਿੰਗ ਕੰਡਕਟ ਆਫ ਆਲ ਇਟ ਇਜ਼ ਪ੍ਰੋਸੀਡਿੰਗ। ਹੀ ਕੰਡਕਟ ਦੀ ਬਿਜ਼ਨਸ ਆਫ ਹਾਊਸ ਅਕੋਰਡਿੰਗ ਟੂ ਇਟ ਇਜ਼ ਰੂਲ। ਦੇਖੋ ਇਹ ਜਿਹੜੀਆਂ ਮੀਟਿੰਗ ਵਗੈਰਾ ਹੁੰਦੀਆਂ ਨੇ, ਠੀਕ ਹੈ, ਉਹਨਾਂ ਨੂੰ ਕੰਡਕਟ ਕਰਦਾ, ਉਹਨਾਂ ਦਾ ਟਾਈਮ ਟੇਬਲ ਬਣਾਉਂਦਾ ਗਾ, ਠੀਕ ਹੈ। ਟੋਟਲੀ ਮੀਨਜ਼ ਆਪਾਂ ਜਿਹੜੀ ਰਾਜ ਸਭਾ ਰਾਜੇ ਉਹਨੂੰ ਕੀ ਹੈਗਾ ਇਹ ਕੰਟਰੋਲ 'ਚ ਕਰਦਾ, ਠੀਕ ਹੈ। ਜਿਹੜੀ ਇਹਦੀ ਆਪਾਂ ਕਹਿ ਦਈਏ ਰੂਲ ਹੁੰਦੇ, ਰੈਗੂਲੇਸ਼ਨ ਹੁੰਦੇ ਨੇ, ਠੀਕ ਹੈ, ਉਹਨਾਂ ਦੇ ਅਕੋਰਡਿੰਗ ਇਹ ਕੰਟਰੋਲ ਰੱਖਦਾ। ਹੀ ਡਰਾ ਹਿਜ਼ ਸੈਲਰੀ ਐਜ਼ ਏ ਚੇਅਰਮੈਨ ਆਫ ਦੀ ਰਾਜ ਸਭਾ। ਜਿਹੜੀ ਹੁਣ ਉਹਦੀ ਸੈਲਰੀ ਹੈ ਉਹ ਉਹਨੂੰ ਰਾਜ ਸਭਾ ਦਾ ਚੇਅਰਮੈਨ ਹੋਣ ਦੇ ਨਾਤੇ ਮਿਲਦੀ ਹੈ, ਨਾ ਕਿ ਵਾਈਸ ਪ੍ਰੈਜ਼ੀਡੈਂਟ ਹੋਣ ਕਰਕੇ, ਠੀਕ ਹੈ। ਇਹ ਸੀ ਰਾਜੇ ਆਪਣਾ ਵਾਈਸ ਪ੍ਰੈਜ਼ੀਡੈਂਟ, ਠੀਕ ਹੈ। ਇਸ ਤੋਂ ਪਹਿਲਾਂ ਆਪਾਂ ਜਿਹੜੀ ਪੜ੍ਹੀਆਂ ਨੇ ਉਹ ਨੇ ਐਮਰਜੈਂਸੀ ਆਫ ਪ੍ਰੈਜ਼ੀਡੈਂਟ ਆਫ ਇੰਡੀਆ ਅਤੇ ਉਸ ਤੋਂ ਬਾਅਦ ਜਿਹੜਾ ਵਾਈਸ ਪ੍ਰੈਜ਼ੀਡੈਂਟ, ਠੀਕ ਹੈ। ਇਹ ਦੋਨੋਂ ਅੱਜ ਟੋਪਿਕ ਆਪਾਂ ਕਲੀਅਰ ਕਰੇ ਨੇ। ਆਈ ਹੋਪ ਤੁਹਾਨੂੰ ਰਾਜੇ ਅੰਡਰਸਟੈਂਡ ਹੋਏ ਹੋਣਗੇ। ਫਿਰ ਵੀ ਅਗਰ ਕੋਈ ਪ੍ਰੋਬਲਮ ਆ ਦੈਨ ਦੁਬਾਰਾ ਨੈਕਸਟ ਜਿਹੜਾ ਲੈਕਚਰ ਹੋਊਗਾ ਆਪਣਾ ਆਨਲਾਈਨ ਕਲਾਸ ਹੋਊਗੀ ਰਾਜੇ, ਉਸ 'ਚ ਤੁਸੀਂ ਇਹ ਚੀਜ਼ ਡਿਸਕਸ ਕਰ ਸਕਦੇ ਹੋ ਮੇਰੇ ਨਾਲ।